ਨਾਤੇ ਆਤਮ ਤੇ ਪਰਮਾਤਮ ਦੇ ਨੂੰ ਪਛਾਣ ਭਲਿਆ, ਬਗੈਰ ਬੁੱਝਿਆ ਨਹੀਂ ਹੋਣੀ ਇਥੋਂ ਖਲਾਸੀ ਤੇਰੀ। ਮੋਹ ਮਮਤਾ ਤੋਂ ਹੋ ਕੇ ਜਰਾ ਵੇਖ ਲਾਂਬੇ, ਜਿਨੇ ਸੰਗੀ ਸਦਾ ਲਈ ਬਣਨਾ ਉਹ ਵਸਤ ਕਿਹੜੀ। ਬਸ ਮਿਥੇ ਹੋਏ ਸਮੇਂ ਤੱਕ ਹੀ ਕੋਲ ਤੇਰੇ, ਐਵੇਂ ਰਹੀ ਨਾ ਭੁਲੇਖੇ ਖੌਰਿਆ ਜਿੰਦ ਬਥੇਰੀ। ਮਨ ਬੀਰ ਸਾਂਭ ਪਲ ਪਲ ਭੀਤਰੀ ਸਰਮਾਏ ਨੂੰ, ਸਹਿਜੇ ਤਾਹੀਂ ਲੰਘਣੀਓ ਭਵਜਲੋਂ ਪਾਰ ਬੇੜੀ, ਤਾਹੀਂ ਲੰਘਣੀਓ ਭਵਜਲੋਂ ਪਾਰ ਬੇੜੀ। ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਅੱਜ ਸਾਡੇ ਵਿਚਾਰ ਦਾ ਕੇਂਦਰ ਹੈ ਮਿਥਿਆ। ਮਿਥਿਆ ਸ਼ਬਦ ਨੂੰ ਜਦੋਂ ਵੱਖਰੇ ਵੱਖਰੇ ਪਹਿਲੂਆਂ ਤੋਂ ਵਿਚਾਰ ਕੇ ਵੇਖਿਆ ਜਾਵੇ ਤਾਂ ਮਿਥਿਆ ਸ਼ਬਦ ਕਈ ਅਰਥਾਂ ਨੂੰ ਦਰਸਾਉਂਦਾ ਹੋਇਆ ਪ੍ਰਤੀਤ ਹੁੰਦਾ ਹੈ, ਜਿਵੇਂ ਨਾਸ਼ਵਾਨ, ਝੂਠ, ਸਦੀਵੀ ਨਾ ਰਹਿਣ ਵਾਲਾ, ਮਨਿਆਦ, ਤਹਿਤ ਜਾਂ ਮਿਥੇ ਹੋਏ ਸਮੇਂ ਦੀ ਮੁਹਲਤ ਤੱਕ ਆਦਿ। ਹੁਣ ਜੇ ਇਸ ਨੂੰ ਸਮੇਂ ਦੇ ਦਾਇਰੇ ਵਿੱਚ ਰੱਖ ਕੇ ਵਿਚਾਰੀਏ ਤਾਂ ਮਿਥਿਆ ਮਤਲਬ ਜੋ ਮਿਥ ਲਿਆ ਗਿਆ, ਤੈਅ ਕਰ ਲਿਆ ਗਿਆ, ਤੇ ਜੋ ਵੀ ਕੰਮ ਇੱਕ ਸਮੇਂ ਦੀ ਹੱਦਬੰਦੀ ਤਹਿਤ ਤੈਅ ਹੋ ਗਿਆ ਹੋਵੇ, ਫਿਰ ਉਹ ਤੈਅ ਕੀਤੇ ਗਏ ਸਮੇਂ ਤੋਂ ਲੈ ਕੇ ਤੈਅ ਕਰ ਲਏ ਗਏ ਸਮੇਂ ਦੇ ਵਿੱਚ ਹੀ ਸੀਮਤ ਹੁੰਦਾ ਆ। ਪਰ ਤੈਅ ਕੀਤੇ ਗਏ ਸਮੇਂ ਤੋਂ ਬਾਅਦ ਉਹਦਾ ਕੋਈ ਵਜੂਦ ਨਹੀਂ ਰਹਿ ਜਾਂਦਾ, ਕਿਉਂਕਿ ਨਿਸ਼ਚਿਤ ਕੀਤਾ ਗਿਆ ਸਮਾਂ ਆਉਣ ਤੇ ਉਸ ਨਿਸ਼ਚਿਤ ਕੀਤੇ ਗਏ ਕੰਮ ਦਾ ਨਿਪਟਾਰਾ ਹੋ ਜਾਂਦਾ ਹੈ। ਗੁਰੂ ਗੁਰਬਾਣੀ ਵਿੱਚ ਇਸ ਸੰਸਾਰ ਨੂੰ, ਇਸ ਜਗਤ ਨੂੰ, ਜੀਵ ਨੂੰ, ਤਨ ਧਨ, ਪਰਿਵਾਰ, ਜੋਬਨ ਸਭ ਨੂੰ ਮਿਥਿਆ ਕਿਹਾ ਗਿਆ ਹੈ। ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਨੇ, ਮਿਥਿਆ ਤਨ ਧਨ ਕੁਟੰਬ ਸਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ। ਨੌਵੇਂ ਪਾਤਸ਼ਾਹ ਆਖਦੇ ਨੇ, ਜਨ ਨਾਨਕ ਜਗ ਜਾਣਿਓ ਮਿਥਿਆ। ਭਾਵ ਕਿ ਇੱਥੇ ਸਭ ਕੁਝ ਇੱਕ ਤੈਅ ਕੀਤੇ ਗਏ ਸਮੇਂ ਤੱਕ ਸੀਮਤ ਆ ਤੇ ਉਹ ਸਮਾਂ ਬੀਤ ਜਾਣ ਤੇ ਕਿਸੇ ਦਾ ਵੀ ਕੋਈ ਵਜੂਦ ਨਹੀਂ ਰਹਿ ਜਾਂਦਾ। ਪਹਿਲੇ ਪਾਤਸ਼ਾਹ ਫਰਮਾਨ ਕਰਦੇ ਨੇ, ਮਰਨ ਲਿਖਾਏ ਮੰਡਲ ਮੇ ਆਏ, ਕਿ ਇਸ ਜੀਵਨ ਦੇ ਜਾਣ ਦਾ ਸਮਾਂ ਪਹਿਲਾਂ ਮਿਥਿਆ ਗਿਆ ਤੇ ਫਿਰ ਇਸ ਜੀਵਨ ਦੀ ਸ਼ੁਰੂਆਤ ਹੋਈ। ਤੇ ਜਦੋਂ ਅਸੀਂ ਜੀਵ ਮਿਥੇ ਹੋਏ ਸਮੇਂ ਤਹਿਤ ਇੱਥੇ ਆਏ ਤਾਂ ਪਹਿਲੇ ਸਾਹ ਤੋਂ ਹੀ ਸ਼ੁਰੂਆਤ ਹੋ ਗਈ ਮਿਥੇ ਹੋਏ ਸਮੇਂ ਵੱਲ ਨੂੰ ਸਫ਼ਰ ਕਰਨ ਦੀ। ਤੇ ਫਿਰ ਜੀਵ ਦਾ ਇਹ ਜੀਵਨ ਯਾਤਰਾ ਕਰਦਾ ਕਰਦਾ ਆਪਣੇ ਮਿਥੇ ਹੋਏ ਸਮੇਂ ਤੱਕ ਪਹੁੰਚ ਜਾਂਦਾ ਆ ਤੇ ਫਿਰ ਮਿਥੇ ਹੋਏ ਸਮੇਂ ਤੋਂ ਬਾਅਦ ਇਸ ਜੀਵਨ ਦਾ ਕੋਈ ਵਜੂਦ ਹੀ ਨਹੀਂ ਰਹਿ ਜਾਂਦਾ। ਜਿਸ ਜੀਵਨ ਨੂੰ ਜਿਉਣ ਖਾਤਰ ਅਸੀਂ ਸੰਸਾਰੀ ਜੀਵਾਂ ਨੇ ਇੰਨੇ ਜੰਜਾਲ ਖਿਲਾਰੇ ਨੇ, ਤੇ ਇਸ ਜੀਵਨ ਦੇ ਖਤਮ ਹੋਣ ਨਾਲ ਇਸ ਜੀਵਨ ਨਾਲ ਜੁੜੇ ਹਰ ਪੱਖ, ਘਰ ਮਕਾਨ, ਧਨ ਦੌਲਤ, ਜ਼ਮੀਨ ਜਾਇਦਾਦ, ਰਿਸ਼ਤੇ ਨਾਤੇ ਆਦਿ ਸਭ ਦਾ ਵੀ ਵਜੂਦ ਨਹੀਂ ਰਹਿੰਦਾ, ਕਿਉਂਕਿ ਜਿਸ ਤਨ ਨਾਲ, ਜਿਸ ਸਰੀਰ ਨਾਲ ਇਹ ਸਾਰੇ ਪੱਖ ਜੁੜੇ ਹੁੰਦੇ ਨੇ, ਉਸ ਸਰੀਰ ਦਾ ਹੀ ਕੋਈ ਵਜੂਦ ਪਿੱਛੇ ਨਹੀਂ ਬਚਦਾ। ਤੇ ਇਸ ਸੰਸਾਰ ਦੀ ਇਹ ਸੱਚਾਈ ਆ ਕਿ ਇਸ ਸੰਸਾਰ ਵਿੱਚ ਅਸੀਂ ਸਾਰੇ ਹੀ ਜੀਵ ਸਿਰਫ ਇੱਕ ਮਿਥੇ ਹੋਏ ਸਮੇਂ ਤੱਕ ਰਹਿਣ ਲਈ ਆਏ ਹਾਂ। ਇਸ ਲਈ ਕੋਸ਼ਿਸ਼ ਕਰੀਏ ਇਸ ਹਕੀਕਤ ਨੂੰ ਸਮਝ ਕੇ ਹਰ ਰੋਜ਼ ਇਸ ਪਹਿਲੂ ਦੇ ਨਾਲ ਆਪਣੀ ਵਾਕਫੀਅਤ ਕਰਵਾਉਣ ਦੀ, ਤਾਂ ਜੋ ਸਾਨੂੰ ਯਾਦ ਰਹੇ ਕਿ ਇੱਥੇ ਸਾਡਾ ਆਪਣਾ ਕੁਝ ਵੀ ਨਹੀਂ, ਤੇ ਜਿਹੜਾ ਆਪਣਾ ਨਹੀਂ ਉਹ ਸਦਾ ਸਦੀਵੀ ਸਾਡਾ ਸੰਗੀ ਵੀ ਨਹੀਂ ਬਣ ਸਕਦਾ। ਤੇ ਇਸ ਲਈ ਹਕੀਕਤ ਨਾਲ ਖੁਦ ਦੀ ਵਾਕਫੀਅਤ ਕਰਵਾਉਣ ਤੋਂ ਬਾਅਦ, ਇਸ ਸੱਚਾਈ ਨੂੰ ਸਮਝਣ ਤੋਂ ਬਾਅਦ ਫਿਰ ਇਹ ਲੱਭਣ ਦੀ ਕੋਸ਼ਿਸ਼ ਕਰੀਏ ਕਿ ਸਾਡਾ ਆਪਣਾ ਕੌਣ ਆ ਜਿਹੜਾ ਸਦਾ ਸਾਡੇ ਨਾਲ ਨਿਭ ਸਕਦਾ ਆ। ਤੇ ਨਾਲ ਹੀ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਫਰਮਾਨ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਨੂੰ ਗਹਿਰੇ ਹੋ ਕੇ ਵਾਚੀਏ। ਪਛਾਣੀਏ ਇਹਨਾਂ ਪੰਜਾਂ ਤੱਤਾਂ ਦੇ ਅੰਦਰ ਜਗਦੀ ਆਤਮ ਜੋਤ ਦੀ ਆਪਣੀ ਨਿੱਜੀ ਹੋਂਦ ਨੂੰ, ਤੇ ਆਤਮ ਦੇ ਪਰਮ ਪਿਤਾ ਪਰਮਾਤਮਾ ਆਪਣੇ ਮੁੱਢ ਮੂਲ ਮਾਲਕ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਨੂੰ, ਜੋ ਇਸ ਸਮੇਂ ਦੀ ਮਿਥੀ ਹੋਈ ਹਰ ਹੱਦ ਤੋਂ ਪਰਾਂ, ਮਿਥੇ ਹੋਏ ਅੰਤ ਤੋਂ ਪਰਾਂ ਬੇਅੰਤ ਪੁਰਖ ਆ। ਕਿਉਂਕਿ ਜੋ ਮਿਥੇ ਹੋਏ ਹੱਦ ਬੰਨਿਆਂ ਤੋਂ ਪਰਾਂ ਆ ਉਹ ਸਦੀਵੀ ਆ, ਪਰ ਇਹ ਦੇਹੀ ਜੋ ਮਿਥੇ ਹੋਏ ਸਮੇਂ ਲਈ ਮਿਲੀ ਆ, ਇਹਦਾ ਮਿਥਿਆ ਹੋਇਆ ਸਮਾਂ ਇੱਕ ਨਾ ਇੱਕ ਦਿਨ ਆ ਹੀ ਜਾਣਾ ਆ। ਤੇ ਇਸ ਲਈ ਆਓ ਇਸ ਮਿਥੀ ਹੋਈ ਕਾਇਆ ਦਾ ਸਮਾਂ ਰਹਿੰਦਿਆਂ ਹੀ ਇਸ ਕਾਇਆ ਵਿੱਚੋਂ ਖੋਜ ਕਰ ਲਈਏ ਆਪਣੇ ਅਸਲ ਵਜੂਦ ਆਤਮ ਜੋਤ ਤੇ ਆਤਮ ਜੋਤ ਦੇ ਮੂਲ ਪਰਮ ਜੋਤ ਪਰਮਾਤਮਾ ਦੀ, ਤਾਂ ਜੋ ਅਸੀਂ ਇਸ ਮਿਥੇ ਹੋਏ ਬਾਰ-ਬਾਰ ਆਉਣ ਜਾਣ ਦੇ ਗੇੜ ਚੋਂ ਨਿਕਲ ਸਦਾ ਸਦੀਵੀ ਆਪਣੇ ਨਿੱਜ ਘਰ ਸਮਾ ਸਕੀਏ, ਜਿੱਥੇ ਕਿਸੇ ਸਮੇਂ ਤਹਿਤ ਮਿਥਿਆ ਹੋਇਆ ਨਹੀਂ, ਬਲਕਿ ਸਦਾ ਸਦੀਵੀ ਜਿਉਂਦਾ ਜੀਵਨ ਆ। ਆਉਂਦਾ ਆਉਂਦਾ ਆ ਜਾਂਦਾ ਇੱਕ ਦਿਨ, ਜਿਹੜਾ ਮਿਥਿਆ ਹੋਵੇ ਵੇਲਾ, ਉਹਨੂੰ ਰੋਕ ਸਕੇ ਨਾ ਕਿਸੇ ਵੀ ਕੀਮਤ, ਇਹ ਧਨ ਦੌਲਤ ਪੈਸਾ ਧੇਲਾ। ਛੁੱਟ ਜਾਂਦਾ ਏ ਨਾਲ ਸਮੇਂ ਦੇ ਇਹ ਜੱਗ ਵਾਲਾ ਰੌਣਕ ਮੇਲਾ, ਮਨ ਬੀਰ ਜੋ ਜੀਵਨ ਰਹਿੰਦਿਆਂ ਅਕਾਲ ਧਿਆਲੇ, ਹੋਵੇ ਉਹਦਾ ਲੋਕ ਪਰਲੋਕ ਸੁਹੇਲਾ, ਹੋਵੇ ਉਹਦਾ ਲੋਕ ਪਰਲੋਕ ਸੁਹੇਲਾ। ਸਤਿ ਸ੍ਰੀ ਅਕਾਲ ਜੀ।